ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸਾਰੇ ਮਿਲ ਕੇ ਜਦੋਂ ਆਪਾਂ ਯਾਦ ਕਰਦੇ ਹਾਂ ਤਾਂ ਸਤਿਗੁਰਾਂ ਦੀ ਪੰਕਤੀ ਸੂਹੀ ਰਾਗ ਦੇ ਵਿੱਚ ਬਚਨ ਹੋਇਆ ਹੈ, ਪਿੱਛੇ ਵੀ ਹੁਣ ਵੀ ਅੱਗੇ ਨੂੰ ਵੀ, ਜੋ ਅਟਲ ਬਚਨ ਹਨ। ਜਿੱਥੈ ਹਰ ਆਰਾਧੀ ਹੈ ਤਿੱਥੈ ਹਰ ਮਿੱਤ ਸਹਾਈ। ਵਾਹਿਗੁਰੂ ਨੂੰ, ਹਰੀ ਨੂੰ ਜਿੱਥੇ ਵੀ ਯਾਦ ਕਰ ਲੈਂਦੇ ਆ। ਇੱਕ ਸਿੱਖ ਨੇ ਯਾਦ ਕੀਤਾ ਤਾਂ ਵੀ ਸਤਿਗੁਰੂ ਜੀ ਪਹੁੰਚ ਗਏ ਨੇ। ਭਾਈ ਪੱਲਾ ਜੀ, ਬਦਾਲਾ ਨਗਰ ਕੋਈ ਦੂਰ ਨਹੀਂ ਹੈ। ਭਾਈ ਪੱਲਾ ਜੀ ਨੇ ਗੁੜ ਦੀ ਰੋੜੀ ਤੇ ਚਾਂਦੀ ਦਾ ਰੁਪਈਆ, ਉਦੋਂ ਹੁੰਦੇ ਹੀ ਚਾਂਦੀ ਦੇ ਸੀ, ਆਪਣੇ ਪਾਸ ਪੱਲੇ ਵਿੱਚ ਬੰਨ੍ਹ ਕੇ ਰੱਖਿਆ ਹਮੇਸ਼ਾ। ਮਾਤਾ ਨੇ ਕਹਿਣਾ, ਪੱਲਿਆ ਮਹਾਰਾਜ ਜੀ ਜੇ ਤੈਨੂੰ ਮਿਲ ਗਏ ਕੀ ਭੇਟਾ ਕਰੇਂਗਾ? ਕਹਿੰਦਾ ਮੈਂ ਇਹ ਗੁੜ ਦੀ ਭੇਲੀ ਤੇ ਰੁਪਈਆ ਭੇਟਾ ਕਰਾਂਗਾ। ਅੱਜ ਦਾ ਸਿੱਖ ਪੜ੍ਹਿਆ ਲਿਖਿਆ, ਤੇਜ਼ ਦਿਮਾਗ ਹੈ, ਚਲਾਕ ਹੈ, ਓਵਰ ਕਲੈਵਰ ਹੈ, ਬੁੱਧੀ ਤੋਂ ਕੰਮ ਜ਼ਿਆਦਾ ਲੈਂਦਾ। ਉਦੋਂ ਸਿੱਖ ਬੁੱਧੀ ਤੋਂ ਕੰਮ ਨਹੀਂ ਸੀ ਲੈਂਦੇ, ਉਹ ਆਤਮਿਕ ਤੌਰ 'ਤੇ ਜ਼ਿਆਦਾ ਵਰਤਦੇ ਸੀ। ਅੱਜ ਦੀ ਬੁੱਧੀ ਤੇ ਉਦੋਂ ਦੀ ਬੁੱਧੀ ਦਾ ਫਰਕ ਸੀ। ਆਤਮ ਵਿਸ਼ੈਣੀ ਬੁੱਧੀ ਉਦੋਂ ਸੀ, ਹੈ ਤਾਂ ਸੀ ਬੁੱਧੀ। ਆਤਮ ਵਿਸ਼ੈਣੀ ਬੁੱਧੀ ਵਾਲੇ ਭਾਈ ਪੱਲੇ ਨੇ ਕਿੰਨਾ ਯਕੀਨ ਕੀਤਾ ਤੇ ਕਿੰਨਾ ਪ੍ਰੇਮ ਕੀਤਾ ਮਹਾਰਾਜ ਨਾਲ। ਇਹਦੇ ਵਿੱਚ ਇੱਕ ਹੋਰ ਸਾਖੀ ਯਾਦ ਆ ਗਈ, ਆਤਮਿਕ ਯਕੀਨ, ਭਰੋਸਾ। ਜਿਵੇਂ ਅੱਜ ਆਪਣੀ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ, ਹੌਲੀ ਹੌਲੀ ਵਿਚਾਰ ਕਰਾਂਗੇ ਉਸ ਚੀਜ਼ 'ਤੇ। ਕੋਈ ਮਹਾਤਮਾ ਤੁਰੇ ਜਾਣ, ਦੇਖਿਆ ਕਾਫੀ ਇਕੱਠ ਹੈ, ਬੜੇ ਲੋਕ ਖੜ੍ਹੇ ਆ ਰਸਤੇ ਦੇ ਵਿੱਚ, ਇੱਕ ਪਾਸੇ ਦੇ ਉੱਤੇ ਇਕੱਠ। ਕਹਿੰਦੇ ਭਾਈ ਇਹ ਇਕੱਠ ਕਾਹਦਾ? ਕਹਿੰਦੇ ਜੀ ਬਰਸਾਤ ਨਹੀਂ ਹੋਈ ਬੜੇ ਸਮੇਂ ਤੋਂ, ਅਰਦਾਸ ਕਰਨ ਲੱਗੇ ਹੋਏ ਆ ਜੇ ਬਰਸਾਤ ਹੋ ਜੇ ਤਾਂ। ਦੇਖੋ ਯਕੀਨ ਵਾਲਿਆਂ ਦੀ ਗੱਲ ਵੱਖਰੀ ਹੁੰਦੀ ਆ ਤੇ ਬੇਯਕੀਨਿਆਂ ਦੀ ਗੱਲ ਵੱਖਰੀ ਹੁੰਦੀ ਹੈ। ਉਹ ਕਹਿਣ ਲੱਗੇ ਜੀ ਛਤਰੀ ਤਾਂ ਕਿਸੇ ਕੋਲ ਨਜ਼ਰ ਨਹੀਂ ਆਉਂਦੀ, ਅਰਦਾਸ ਮੀਂਹ ਦੀ ਕਰਨ ਆਏ ਹੋ। ਉਹ ਇੱਕ ਬੰਦਾ ਕਹਿਣ ਲੱਗਿਆ, ਮਹਾਰਾਜ ਪਤਾ ਨਹੀਂ ਪੈਂਦਾ ਕਿ ਨਹੀਂ ਪੈਂਦਾ, ਐਵੇਂ ਪਹਿਲਾਂ ਹੀ ਛਤਰੀ ਚੱਕੀ ਫਿਰੀਏ। ਉਹ ਕਹਿਣ ਲੱਗੇ ਬਸ ਫਿਰ ਠੀਕ ਹੀ ਆ, ਹੁਣ ਤੁਹਾਡਾ ਕੰਮ, ਤੁਹਾਨੂੰ ਯਕੀਨ ਤਾਂ ਹੈ ਨਹੀਂ ਯਾਰ ਰੱਬ 'ਤੇ। ਇਹ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ ਹੁੰਦੀਆਂ, ਸਾਰੇ ਨੋਟ ਕਰੋ। ਆਪਾਂ ਉਹਨਾਂ ਲੋਕਾਂ ਵਾਂਗ ਹੋ ਗਏ ਆ ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਐਵੇਂ ਪਹਿਲਾਂ ਹੀ ਚੱਕੀ ਫਿਰੀ ਛਤਰੀ। ਭਾਈ ਪੱਲਾ ਜੀ ਦੀ ਇਹੀ ਹਾਲਤ ਸੀ। ਕਹਿੰਦੇ ਮਾਤਾ ਮਹਾਰਾਜ ਜੇ ਖੇਤਾਂ 'ਚ ਮਿਲ ਗਏ ਫਿਰ ਮੈਂ ਘਰੇ ਲੈਣ ਆਊਂਗਾ ਭੇਲੀ ਗੁੜ ਦੀ ਤੇ ਰੁਪਈਆ। ਜਿਹੜੇ ਪੁਰਾਣੇ ਸਿੱਖ ਹੁੰਦੇ ਸੀ, ਆਹ ਤਾਂ ਹੁਣ ਪਰਨੇ ਪਾਉਣੋਂ ਹਟ ਕੇ ਗਲ 'ਚ ਪਰਨਾ ਪਾਉਂਦੇ ਹੁੰਦੇ ਸੀ ਗਲ 'ਚ। ਇਹਦਾ ਮਤਲਬ ਹੁੰਦਾ ਪਰਨਾ ਕੀ ਦਰਸਾਉਂਦਾ? ਦਾਸਾ ਭਾਵ, ਨਿਮਰਤਾ। ਗਲ 'ਚ ਪੱਲਾ ਪਾ ਕੇ, ਆਪਾਂ ਕਹਿੰਦੇ ਗਲ 'ਚ ਪੱਲਾ ਪਾ ਕੇ ਬੇਨਤੀ ਕੀਤੀ। ਜਿਵੇਂ ਇਸ ਇਲਾਕੇ ਦੇ ਮਹਾਨ ਮਹਾਂਪੁਰਖ ਬ੍ਰਹਮ ਗਿਆਨੀ ਜੀ, ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਇਹ ਉਹਨਾਂ ਦੇ ਸੰਗੀਆਂ ਦੇ ਗਲਾਂ 'ਚ ਪੱਲੇ ਹੁੰਦੇ ਹਮੇਸ਼ਾ। ਔਰ ਪੱਲੇ ਦੇ ਵਿੱਚ ਗੁੜ ਦੀ ਭੇਲੀ ਤੇ 1 ਰੁਪਈਆ ਨਾਲ ਬੰਨ੍ਹ ਕੇ ਰੱਖਦਾ। ਹਲ ਵਾਹੁੰਦਾ। ਵੱਡੀ ਚੀਜ਼ ਦਸਵੇਂ ਪਾਤਸ਼ਾਹ ਨੇ ਜਿਹੜੀ ਬਚਨ ਕੀਤੀ ਹੈ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਪ੍ਰੇਮ ਹੁੰਦਾ ਮੂੰਹ ਦੇ ਦਿਖਾਵੇ ਦਾ, ਮੂੰਹ ਵਿੱਚੋਂ ਪ੍ਰੇਮ ਦੀ ਬੋਲੀ ਬੋਲਣੀ ਤੇ ਦਿਲੋਂ ਪ੍ਰੇਮ ਨਾ ਹੋਣਾ।
ਉਹ ਸੱਜਣ ਠੱਗ ਬੋਲਦਾ ਹੁੰਦਾ ਸੀ ਬੜੇ ਮਿੱਠੇ ਵਾਕ। ਜੇ ਕਿਤੇ ਉਹੋ ਜਿਹਾ ਬੰਦਾ ਅੱਜ ਵੀ ਮਿਲ ਜੇ, ਉਹ ਖੜਾ ਹੀ ਕਹੇਗਾ, ਆਓ ਜੀ ਧੰਨ ਭਾਗ ਸਾਡੇ ਦਰਸ਼ਨ ਹੋਏ ਤੁਹਾਡੇ, ਅੱਜ ਤਾਂ ਤਰ ਗਿਆ, ਅੱਜ ਸਾਡਾ ਦਿਨ ਸਫਲਾ ਹੋ ਗਿਆ, ਤੁਹਾਡੇ ਦਰਸ਼ਨ ਹੋਏ। ਵਿੱਚੋਂ ਅੰਦਰੋਂ ਗਾਲਾਂ ਕੱਢਦਾ, ਕਿੱਥੋਂ ਆ ਗਿਆ ਇਹ ਸਵੇਰੇ ਸਵੇਰੇ। ਅੰਦਰੋਂ ਬਾਹਰੋਂ ਇੱਕ ਹੋ ਜਾਣਾ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਸੂਚਕ ਹੈ। ਹੁਣ ਭਾਈ ਪੱਲਾ ਜੀ ਕਹਿੰਦੇ, ਮਾਤਾ ਜੀ ਜੇ ਕਿਤੇ ਮਹਾਰਾਜ ਉੱਥੇ ਆ ਗਏ, ਭੋਲਾ ਤੇ ਸੱਚਾ ਸਿੱਖ, ਸ਼ਰਧਾਵਾਨ ਸਿੱਖ, ਪ੍ਰੇਮ ਵਾਲਾ ਸਿੱਖ ਹਲ ਵਾਹੁੰਦਾ। ਛੇਵੇਂ ਪਾਤਸ਼ਾਹ ਉਹ ਨਗਰ ਵਿੱਚ ਬਤਾਲੇ 'ਚ ਆਏ ਨੇ। ਮਹਾਰਾਜ ਕਹਿੰਦੇ ਸੰਗਤ ਨੂੰ ਤੁਸੀਂ ਇੱਥੇ ਹੀ ਰਹੋ, ਅਸੀਂ ਆਉਨੇ ਹੁਣੇ। ਸਤਿਗੁਰੂ ਜੀ ਘੋੜੇ 'ਤੇ ਸਵਾਰ ਹੋ ਕੇ ਖੇਤਾਂ ਦੇ ਵਿੱਚ ਉੱਥੇ ਪਹੁੰਚ ਗਏ ਜਿੱਥੇ ਭਾਈ ਪੱਲਾ ਸ਼ਬਦ ਗਾਉਂਦਾ, ਨਾਲ ਹਲ ਵਾਹੁੰਦਾ। ਅੱਜ ਇਹ ਵੀ ਕਮੀ ਹੈ, ਉਹ ਟਰੱਕਾਂ ਦੇ ਵਿੱਚ, ਟਰੈਕਟਰਾਂ ਦੇ ਉੱਤੇ, ਟੈਕਸੀਆਂ ਵਿੱਚ, ਕਿਉਂਕਿ ਪੰਜਾਬੀਆਂ ਦੇ ਇਹ ਕਰਮਾਂ ਵਿੱਚ ਟੀ ਪੁਆਇੰਟ ਹੀ ਜ਼ਿਆਦਾ ਆਇਆ। ਜਾਂ ਪਿੰਡ ਰਹਿੰਦੇ ਟਰੈਕਟਰ ਚਲਾਉਂਦੇ ਨੇ, ਬਾਹਲਾ ਉਹਦਾ ਟਰੱਕ 'ਤੇ ਚੜ੍ਹ ਜਾਣਗੇ ਜਾ ਕੇ। ਕੈਨੇਡਾ 'ਚ ਵੀ ਟਰੱਕ ਹੀ ਚਲਾਉਂਦੇ ਆ, ਫਿਰ ਜਾਂ ਟੀ ਟੈਕਸੀ ਹੈ, ਜਾਂ ਚਾਹ ਪੀ ਜਾਣਗੇ, ਉਹ ਵੀ ਟੀ ਹੋਈ ਹੈ ਇਹਨਾਂ ਕੋਲੇ। ਇਸ ਕਰਕੇ ਇਹ ਜਿਹੜਾ ਆਪਣੇ ਪੱਲੇ ਪੈ ਗਏ, ਜੇ ਖੇਤਾਂ ਵਿੱਚ ਹਲ ਵਾਹੁੰਦੇ ਆ, ਟਰੈਕਟਰ ਚਲਾਉਂਦੇ ਆ, ਗਾਣੇ ਲੱਗੇ ਹੁੰਦੇ ਨੇ। ਉਹ ਜਿੰਨੇ ਗਾਣੇ ਦੇ ਬੋਲ ਨੇ ਉਹ ਬੀਜਾਂ ਦੇ ਵਿੱਚ ਪੈਂਦੇ ਨੇ। ਬੀਜ ਕਣਕ ਉਗਦੀ ਹੈ, ਚੌਲ ਉਗਦੇ ਨੇ, ਉਹ ਕਣਕ ਚੌਲ ਖਾਣ ਨਾਲ ਫਿਰ ਗਾਣੇ ਹੀ ਗਾਉਣੇ ਨੇ। ਗੁਰਮੁਖੋ ਸਮਾਂ ਬੜਾ ਖਰਾਬ ਹੈ, ਭਿਆਨਕ ਹੈ। ਇਹ ਆਪਾਂ ਨੇ ਬਦਲਣਾ ਸਾਰਿਆਂ ਨੇ। ਇਸ ਸਮੇਂ ਨੂੰ ਹੋਰ ਖਰਾਬ ਨਾ ਕਰੀਏ। ਭਾਈ ਪੱਲਾ ਜੀ ਸ਼ਬਦ ਪੜ੍ਹਦੇ ਨੇ, ਹਲ ਵਾਹੁੰਦੇ ਨੇ, ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ। ਸਵੇਰੇ ਅੰਮ੍ਰਿਤ ਵੇਲੇ ਉੱਠੇ ਸੀ, ਜਪਜੀ ਸਾਹਿਬ ਦਾ ਪਾਠ ਕੀਤਾ। ਪੁਰਾਣੇ ਸਿੱਖਾਂ ਦਾ ਨਿਤਨੇਮ ਦੱਖਣੀ ਓਂਕਾਰ, ਸਿੱਧ ਗੋਸ਼ਟ, 52 ਅੱਖਰੀ, 5 ਗ੍ਰੰਥੀ ਦਾ ਨਿਤਨੇਮ ਹੁੰਦਾ ਸੀ। ਸੁਖਮਨੀ ਸਾਹਿਬ, ਆਸਾ ਦੀ ਵਾਰ, 5 ਗ੍ਰੰਥੀ ਦੀਆਂ 10 ਬਾਣੀਆਂ। ਜਦੋਂ ਦਿਨੇ ਮੂਲ ਮੰਤਰ ਵਾਹਿਗੁਰੂ ਮੰਤਰ, ਧੰਨ ਬਾਬਾ ਹਰਨਾਮ ਸਿੰਘ ਜੀ ਹਲ ਵਾਹੁੰਦਿਆਂ 51 ਮੂਲ ਮੰਤਰ ਦੀਆਂ ਮਾਲਾਂ ਸ਼ਾਮ ਤੱਕ ਕਰ ਲੈਂਦੇ, ਬੜੇ ਹੌਲੀ ਹੌਲੀ ਹੋ ਗਈ। ਬਾਬਾ ਜੀ ਨੇ ਦੁਨੀਆ ਨੂੰ ਬਹੁਤ ਕੁਝ ਦਿੱਤਾ ਸੇਕ ਨੇਹਾ ਦੇ ਰਾਹੀਂ। ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲ ਕੇ ਦਾਸਾਂ ਨੇ ਜੋ ਸਿੱਖਿਆ ਕਥਾ ਵਿੱਚ ਦੱਸਿਆ, ਬਹੁਤ ਸੰਗਤ ਮਿਲਦੀ ਬਾਹਰਲੇ ਦੇਸ਼ਾਂ 'ਚ। ਇੱਥੇ ਉਹ ਇਹੀ ਕਹਿੰਦੇ, ਜਿਹੜਾ ਉਹ ਤਰੀਕਾ ਨਾ ਤੁਹਾਡਾ ਗਾਵੀਐ, ਸੁਣੀਐ, ਮਨ ਰੱਖੀਐ ਭਾਉ। ਪਹਿਲਾਂ ਮੂੰਹ ਨਾਲ ਬਾਣੀ ਬੋਲਣੀ ਹੈ, ਫਿਰ ਕੰਨਾਂ ਨਾਲ ਸੁਣਨੀ ਹੈ, ਫਿਰ ਮਨ ਦੇ ਅੰਦਰ ਉਹਦੀ ਵਿਚਾਰ ਕਰਨੀ ਹੈ। ਬਹੁਤ ਅਵਸਥਾ ਬਣੀ ਸਾਡੀ, ਟਿਕਾ ਬਣ ਗਿਆ, ਕਾਗਰਤਾ ਬਣ ਗਈ ਹੈ। ਸੋ ਇਸ ਤਰ੍ਹਾਂ ਸਿੱਖ ਬਾਣੀ ਪੜ੍ਹਨ, ਅੱਜ ਵੀ ਪੜ੍ਹਨ, ਬਾਣੀ ਨੂੰ ਹੌਲੀ ਹੌਲੀ ਪੜ੍ਹਨਾ, ਵਿਚਾਰਨਾ। ਭਾਈ ਪੱਲਾ ਜੀ ਕੀ ਕਹਿੰਦੇ ਨੇ, ਉਹ ਸ਼ਬਦ ਪੜ੍ਹ ਰਹੇ ਨੇ, ਕੀ ਮੰਗਦੇ ਨੇ। ਕਿਉਂਕਿ ਨਵੀਂ ਨਵੀਂ ਸਿੱਖੀ ਜਦੋਂ ਪ੍ਰਫੁੱਲਤ ਹੋਈ, ਉਦੋਂ ਔੜ ਲੱਗੀ ਹੋਈ ਸੀ ਸੰਸਾਰ ਤੇ ਨਾਮ ਦੀ। ਕੋਈ ਨਾਮ ਜਪਾਉਣ ਵਾਲਾ ਮਿਲਦਾ ਨਹੀਂ ਸੀ, ਤਾਂ ਸਿੱਖ ਨਾਮਦਾਨ ਤੇ ਸਿੱਖੀ ਹੀ ਮੰਗਿਆ ਕਰਦੇ ਸੀ ਉਦੋਂ। ਭਾਈ ਪੱਲਾ ਵੀ ਕੁਛ ਇਸ ਤਰ੍ਹਾਂ ਹੀ ਮੰਗ ਰਿਹਾ। ਆਪਾਂ ਰੋਜ਼ ਪੜ੍ਹਦੇ ਹਾਂ, ਭਾਈ ਪੱਲਾ ਉੱਚੀ ਉੱਚੀ ਗਾਉਂਦਾ, ਹਲ ਵਾਹੁੰਦਾ। ਚਲੋ ਸਾਰੇ ਆਪਾਂ ਭਾਈ ਪੱਲੇ ਵਾਲੀ ਅਰਦਾਸ ਮਿਲ ਕੇ ਕਰੀਏ।
तेरा कीता जातो नाही, मैनो जोग कीतो, मैं निर्गुण यारे को गुण नाही। आपे तरस पयो, तरस पया मेरा मत होए, सतगुर सजन मिलिया, नानक नामो मिलै तां जीवा, तन मन थीवै हरिया। तरस पिया मेरा मत होई। ਉਹਨਾਂ ਦਾ ਮਾਇਆ ਪ੍ਰਤੀ ਪ੍ਰੇਮ ਨਹੀਂ ਸੀ, ਉਹਨਾਂ ਦਾ ਸਤਿਗੁਰਾਂ ਨਾਲ ਪ੍ਰੇਮ ਸੀ। ਕਿਹੜੀ ਚੀਜ਼ ਆਪਣੇ ਵਿੱਚੋਂ ਨਹੀਂ ਆਈ ਜਿਹੜੀ ਉਹ ਹੈ ਪ੍ਰੇਮ। ਸੋ ਇਸ ਕਰਕੇ ਜਦੋਂ ਪ੍ਰੇਮ ਦੀ ਗੱਲ ਆਈ ਤਾਂ ਭਾਈ ਪੱਲੇ ਦੀ ਗੱਲ ਆਪਾਂ ਚੱਲਦੇ ਹਾਂ ਅੱਗੇ। ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦਾ। ਸਤਿਗੁਰੂ ਜੀ ਹੌਲੀ ਹੌਲੀ ਘੋੜਾ ਲੈ ਕੇ ਆ ਕੇ ਕੋਲ ਖੜ ਗਏ ਨੇ। ਇੱਕ ਗੇੜਾ ਲੰਘ ਗਿਆ, ਦੂਸਰਾ ਲੰਘ ਗਿਆ, ਦਿਮਾਗ 'ਚ ਗੱਲ ਆਈ ਕੋਈ ਖੜਾ। ਤੀਜੇ ਗੇੜੇ ਫੇਰ ਸ਼ਬਦ ਗਾਉਂਦਾ ਜਦੋਂ ਆਇਆ, ਆਪਣੇ ਚੁੰਡੀ ਵੜਦਾ, ਕਦੇ ਅੱਖਾਂ ਅੱਗੇ ਹੱਥ ਕਰਦਾ। ਕਿਉਂ ਜੇ ਅੱਜ ਵੀ ਛੇਵੇਂ ਪਾਤਸ਼ਾਹ ਇੱਥੇ ਖੜ ਜਾਣ ਆ ਕੇ, ਤੁਸੀਂ ਯਕੀਨ ਨਹੀਂ ਕਰੋਗੇ ਵੀ ਮਹਾਰਾਜ ਸੱਚੀ ਖੜੇ ਆ। ਭਾਈ ਪੱਲਾ ਅੱਗੇ ਵੱਧ ਕੇ ਹੱਥ ਲਾ ਕੇ ਦੇਖਦਾ, ਟੱਚ ਕਰਕੇ ਦੇਖਦਾ, ਮਹਾਰਾਜ ਜੀ ਤੁਸੀਂ ਆਏ ਹੋ, ਸੱਚੀ ਆਏ ਹੋ? ਕਹਿੰਦੇ ਹਾਂ ਹਾਂ ਪੱਲੇ ਤੂੰ ਯਾਦ ਕਰਦਾ ਆਏ ਆ। ਯਕੀਨ ਨਹੀਂ ਆਉਂਦਾ ਮਹਾਰਾਜ। ਕਹਿੰਦੇ ਪੱਲਿਆ ਉਹਦਾ ਗੁੜ ਸਾਡਾ ਭੇਲੀ, ਉਹ ਸਾਡਾ ਰੁਪਈਆ ਲਿਆ ਭਾਈ, ਇਸ ਤਾਂ ਲੈਣ ਆਏ ਆ। ਸਾਧ ਸੰਗਤ ਜੀ ਇਹ ਦੇਖੋ, ਹੁਣ ਸੋਚ ਕੇ ਦੇਖੋ, ਬਹੁਤੀ ਅੱਗੇ ਨਾ ਜਾਓ, ਲੰਬੀਆਂ ਲੰਬੀਆਂ ਡਿੰਗਾਂ ਨਾ ਮਾਰੋ, ਨਾ ਛੱਡੋ ਇਹੀਆਂ ਗੱਲਾਂ ਬਾਲੇ ਵੱਡੇ ਸਿੱਖਾਂ ਵਾਲੀਆਂ। ਸਿਰਫ ਇੱਕ ਗੱਲ ਦੇਖੋ, ਸਿੱਖ ਨੇ ਇੱਕ ਭੇਲੀ ਤੇ 1 ਰੁਪਈਆ ਰੱਖਿਆ, ਸਤਿਗੁਰੂ ਨੇ ਹੁਣ ਉਹਦੇ ਵਿੱਚ ਕੀ ਦੇਖਿਆ? ਤੁਸੀਂ ਭਾਵੇਂ ਇੱਕ ਟਰੱਕ ਗੁੜ ਦਾ ਲੱਦ ਕੇ ਲੱਖ ਰੁਪਈਆ ਨਾਲ ਲਈ ਫਿਰ ਉਹ ਤੁਹਾਡੇ ਕੋਲ ਨਹੀਂ ਆਉਂਦੇ। ਉਹ ਕਿਤੇ ਇੱਕ ਟਰੱਕ ਗੁੜ ਦਾ ਨਹੀਂ ਮੰਗਦੇ ਹੈ। ਉਹਦੇ ਵਿੱਚ ਕੀ ਚੀਜ਼ ਸੀ? ਪ੍ਰੇਮ ਸੀ, ਸ਼ਰਧਾ ਸੀ, ਭਾਵਨਾ ਸੀ, ਦਿਲ ਦੀ ਸਫਾਈ ਸੀ, ਅੰਦਰਲੀ ਦਿਲ ਦੀ ਸ਼ੁੱਧਤਾ ਸੀ। ਤੇ ਇਸ ਕਰਕੇ ਸਾਧ ਸੰਗਤ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਨੋਟ ਕਰਨਾ ਹੈ। ਗੱਲ ਪ੍ਰੇਮ ਦੀ ਹੈ ਸਾਰੀ। ਭਾਈ ਪੱਲੇ ਤੋਂ ਗੁੜ ਲੈ ਕੇ ਛਕਿਆ, ਬੜਾ ਸਵਾਦ ਹੈ, ਬੜਾ ਸਵਾਦ ਹੈ, ਆਹਾ ਹਾ। ਪੱਲਿਆ ਭਾਈ ਇਹੋ ਜਿਹਾ ਗੁੜ ਨਹੀਂ ਖਾਧਾ ਕਦੇ। ਤਾਈਓ ਸਤਿਗੁਰੂ ਨੇ ਕਿਹਾ ਗੁੜ ਦੀ ਭੇਲੀ ਲਿਆਓ, ਲੜਕਾ ਲੈ ਜਾਓ ਭਾਈ, ਉਹਦੇ ਘਰ ਔਲਾਦ ਹੋਊ, ਬੱਚਾ ਹੋ ਜਾਊਗਾ। ਉੱਥੇ ਅੱਜ ਵੀ ਸੰਗਤਾਂ ਵਿਸਾਖੀ ਵਾਲੇ ਦਿਨ ਜਾ ਕੇ ਗੁੜ ਦੀ ਭੇਲੀ ਚੜਾਉਂਦੀਆਂ ਨੇ। ਭਾਈ ਪੱਲੇ ਤੋਂ ਵੀ ਗੁੜ ਲੈ ਕੇ ਛਕਿਆ, 1 ਰੁਪਈਆ ਲੈ ਕੇ ਜੇਬ 'ਚ ਪਾ ਲਿਆ। ਇਹ ਮੈਂ ਬੇਨਤੀ ਕਰਾਂ ਸੰਗਤ ਨੂੰ ਕਿ ਉਹ ਜਿਹੜਾ ਤੁਹਾਡੇ ਕੋਲ ਹੈ ਨਾ 10-10 ਦੇ 1000 ਵਾਲੇ ਵੀ ਹੋਣੇ ਨੋਟ, ਕਈਆਂ ਕੋਲ ਡਾਲਰ ਵੀ ਅੱਜ ਕੱਲ੍ਹ, ਪਾਉਂਡ ਵੀ ਹੈ, ਯੂਰੋ ਵੀ ਹੈ, ਉਹ ਦਿਖਾ ਕੇ ਪਾਉਣੇ ਨਹੀਂ, ਉਹ ਚੀਜ਼ ਨਹੀਂ ਹੈ ਸਿੱਖੋ। ਉਹ ਨਾ ਸਮਝੋ ਵੀ ਅਸੀਂ ਇਹ ਰੁਪਈਏ ਪਾਏ ਨੇ, ਇਹ ਰੁਪਈਆਂ ਵਾਲੀ ਗੱਲ ਨਹੀਂ ਇੱਥੇ ਹੈ। ਇੱਥੇ ਤਾਂ ਗੱਲ ਹੈ ਤੁਹਾਡੇ ਦਿਲ ਦੇ ਅੰਦਰ ਦੇ ਪਿਆਰ ਦੀ ਗੱਲ ਹੈ, ਦਿਲ ਦੀ ਸ਼ੁੱਧਤਾ ਦੀ ਗੱਲ ਹੈ। ਜਿਨ੍ਹਾਂ ਦੇ ਅੰਦਰ ਪਿਆਰ ਭਾਵ ਨਹੀਂ ਹੈ,